सगल समग्री तुमरा सूत्र तारी, तुम ते होए सो। तुमरी गत मित तुम ही जाने, नानक दास सदा कुर्बानी। ਬੋਲਾਂ ਜੀ ਸ੍ਰੀ ਵਾਹਿਗੁਰੂ ਜੀ। ਅਰਦਾਸ ਇੱਕੋ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਉਤੀ ਜੀ ਸਹਾਇ। ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੇਂ। ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ। ਅਰਜਨ ਹਰ ਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨੌ ਨਦਿਆਵੈ ਧਾਏ। ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ दीदार का ध्यान तर के बोलो जी। पंजा प्यारियां चौहां साहिबजादियां, 40 मुक्तियां हठियां जपियां तपियां, जिन्हां नाम जपिया वंड के छकिया। देग चलाई तेग वाही, देख के अंडिठ कीता तिन्हां दी कमाई दा ध्यान तर के बोलो जी। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ। ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ ਸਿੱਖੀ। ਕੇਸਾਂ ਸਵਾਸਾਂ ਸੰਗ ਨਿਭਾਹੀ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। पंजा तख्ता सरबत गुरुद्वारियाँ, गुरु धामा जी का ध्यान धर के बोलो जी। प्रथम सरबत खालसा जी की अरदास है जी। सरबत खालसा जी को वाहिगुरु 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 चित आवै। चितावन का सदका सर्ब सुख होवै। जहाँ जहाँ खालसा जी साहेब, ताहाँ ताहाँ रशिया रियायत। देग तेग फतेह बिरद की पैज, पंथ की जीत। श्री साहिब जी सहाय, खालसे जी के बोल बाले बोलो जी। सिखां नूं सिखी दान, केस दान, रहत दान, विवेक दान, विशा दान, भरोसा दान, दाना सिर दान, नाम दान। श्री अमृतसर जी के स्नान, चौकियाँ झंडे बूंगे जुगो जुग अटल। धर्म का जयकार बोलो जी। सिखां दा मन नीवा, मत उची मत दा राखा वाहिगुरु। हे अकाल पुरख अपने पंथ दे सदा सहाई दातार जीओ। श्री ननकाना साहिब होर गुरुद्वारे गुरु धामां दे जिन्हां तो पंथ नूं विछोड़िया गया है, खुले दर्शन दीदार सेवा संभाल दे दान खालसे जी नूं बख्शो। हे निमाणियां दे मान, निताणियां दे तान, निहोटियां दी ओट। धन धन श्री गुरु ग्रंथ साहिब महाराज। सच्चे पातशाह जी के हजूर अरदास बेनती है। धन धन श्री गुरु हरगोबिंद साहिब महाराज सच्चे पातशाह जी। ਮੀਰੀ ਪੀਰੀ ਦਾ ਪਾਵਨ ਦਿਹਾੜਾ ਜਾਣਦਿਆਂ ਹੋਇਆਂ ਆਪ ਜੀ ਕੇ ਪਾਵਨ ਸਥਾਨ ਵਿਖੇ ਗਰੀਬ ਨਿਵਾਜ ਪਾਤਸ਼ਾਹ ਸੰਧਿਆ ਵੇਲੇ ਦੇ ਹਫਤਾਵਾਰੀ ਸੁਭਾਏਮਾਨ ਦੀਵਾਨ ਸਜਾਏ ਗਏ ਹਨ। ਸਜੇ ਦੀਵਾਨਾਂ ਵਿੱਚ ਪਾਵਨ ਪਵਿੱਤਰ ਗੁਰਬਾਣੀ, ਆਰਤੀ, ਸ਼ਬਦ ਕੀਰਤਨ, ਸ਼ਬਦ ਚੌਂਕੀ, ਗੁਰਮਤਿ ਵਿਚਾਰਾਂ, 6 ਪੌੜੀਆਂ ਆਨੰਦ ਸਾਹਿਬ ਜੀ ਕੇ ਜਾਪ ਹੋਏ ਹਨ। ਸਤਿਗੁਰੂ ਜੀ ਸੇਵਾਵਾਂ ਨਿਭਾਉਂਦਿਆਂ, ਬਾਣੀ ਪੜ੍ਹਦਿਆਂ ਬੇਅੰਤ ਭੁੱਲਾਂ ਹੋ ਜਾਂਦੀਆਂ ਹਨ। ਬਖਸ਼ ਲੈਣੀਆਂ ਅੱਗੋਂ ਵਾਸਤੇ ਸੁਮਤ, ਸਾਵਧਾਨੀ, ਇਕਾਗਰਤਾ ਬਖਸ਼ਣੀ ਮਹਾਰਾਜ। ਪੜ੍ਹੀ ਸੁਣੀ ਗੁਰਬਾਣੀ ਦਾ ਭਾਵ ਦਰਾਈ ਸਾਧ ਸੰਗਤ ਸੇਵਾਦਾਰਾਂ ਦੇ ਹਿਰਦਿਆਂ ਵਿੱਚ ਵਸਾਉਣਾ। ਸਭਨਾਂ ਦੀ ਹਾਜ਼ਰੀ ਤਿਲ ਫੁੱਲ ਭੇਟਾ ਸੇਵਾ ਦਰ ਪ੍ਰਵਾਨ ਕਰਨੀ ਜੀ। ਸਭਨਾ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਚੜ੍ਹਦੀ ਕਲਾ ਦੀ ਬਖਸ਼ਿਸ਼ ਕਰਨੀ ਮਹਾਰਾਜ। ਗੁਰਬਾਣੀ ਦਾ ਓਟ ਆਸਰਾ ਬਖਸ਼ਣਾ, ਸ੍ਰੇਸ਼ਟ ਗੁਣ ਪ੍ਰਦਾਨ ਕਰਨੇ ਗਰੀਬ ਨਿਵਾਜ।
ਰਹਿਮਤਾਂ ਕਰਨੀਆਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ, ਗੁਰਸਿੱਖਾਂ ਵਾਲੇ ਉੱਚੇ ਸੁੱਚੇ ਜੀਵਨ ਬਖਸ਼ਨੇ ਪਾਤਸ਼ਾਹ ਜੀ। ਅਰਦਾਸ ਬੇਨਤੀ ਹੈ ਪਾਤਸ਼ਾਹ ਆਪ ਜੀ ਕੀਆਂ ਰਹਿਮਤਾਂ ਦੇ ਸ਼ੁਕਰਾਨੇ ਕਰਦਿਆਂ ਆਪ ਜੀ ਕੇ ਪਿਆਰ ਵਾਲੇ ਸੇਵਕ ਪਰਿਵਾਰ ਸ਼੍ਰੀ ਕਾਰਤਿਕੇ ਸੈਣੀ ਰਣਬੀਰ ਸੈਣੀ ਪਰਿਵਾਰ ਬੱਚਿਆਂ ਵੱਲੋਂ ਅੱਜ ਦੇ ਗੁਰ ਲੰਗਰਾਂ ਦੀ ਸੇਵਾ ਹੋ ਰਹੀ ਹੈ। ਸੇਵਾ ਪ੍ਰਵਾਨ ਕਰਨੀ, ਪਰਿਵਾਰ ਸੁਖ ਸ਼ਾਂਤੀ ਵਰਤਾਣੀ, ਆਪਣੇ ਸ਼ੁਕਰ ਸ਼ੁਕਰਾਨੇ ਵਿੱਚ ਜੋੜੀ ਰੱਖਣਾ ਮਹਾਰਾਜ। ਅਰਦਾਸ ਬੇਨਤੀ ਹੈ ਸੇਵਕ ਜਨ ਕਸ਼ਿਕਾ ਕੋਹਲੀ ਜੀ, ਤਿਨਾਂ ਦੀ ਦੇਹ ਅਰੋਗਤਾ ਲਈ ਮਾਤਾ ਪਿਤਾ ਅਮਿਤ ਨੰਦਾ ਰੋਮਾ ਨੰਦਾ ਅਤੇ ਸਰਬੱਤ ਪਰਿਵਾਰ ਵੱਲੋਂ ਦੇਹ ਅਰੋਗਤਾ ਤੰਦਰੁਸਤੀ ਲਈ ਅਰਦਾਸ ਬੇਨਤੀ ਕਰਦਿਆਂ ਅੱਜ ਦੇ ਗੁਰ ਲੰਗਰਾਂ ਦੀ ਸੇਵਾ ਹੋ ਰਹੀ ਹੈ। ਸਤਿਗੁਰੂ ਨਿਮਾਣੀ ਸੇਵਾ ਦਰ ਪ੍ਰਵਾਨ ਕਰਨੀ। ਕਸ਼ਿਕਾ ਕੋਹਲੀ ਜੀ ਸੇਵਕ ਦੇ ਸੀਸ 'ਤੇ ਮਿਹਰ ਦਾ ਹੱਥ ਰੱਖਣਾ, ਸਿਹਤ ਜਾਬੀਆਂ ਤੰਦਰੁਸਤੀਆਂ ਬਖਸ਼ਣੀਆਂ ਮਹਾਰਾਜ। ਸ਼੍ਰੀ ਰਾਜਿੰਦਰ ਕਪੂਰ ਜੀ ਦੇਹ ਅਰੋਗਤਾ ਲਈ ਅਰਦਾਸ ਬੇਨਤੀ ਕਰਦਿਆਂ ਸਰਬੱਤ ਪਰਿਵਾਰ ਬੱਚਿਆਂ ਵੱਲੋਂ ਪਾਤਸ਼ਾਹ ਜੀ ਅੱਜ ਦੇ ਗੁਰ ਲੰਗਰਾਂ ਦੀ ਸੇਵਾ ਹੋ ਰਹੀ ਹੈ। ਸੇਵਾ ਪ੍ਰਵਾਨ ਕਰਨੀ, ਪਰਿਵਾਰ ਸੁਖ ਸ਼ਾਂਤੀ ਵਰਤਾਣੀ। ਸ਼੍ਰੀ ਰਾਜਿੰਦਰ ਕਪੂਰ ਜੀ ਸੇਵਕ ਨੂੰ ਸਿਹਤ ਜਾਬੀਆਂ ਬਖਸ਼ਣੀਆਂ ਮਹਾਰਾਜ। ਅਰਦਾਸ ਬੇਨਤੀ ਹੈ ਦੂਰੋਂ ਪਾਰੋਂ ਆਪ ਜੀ ਕੇ ਪਿਆਰ ਵਾਲੀਆਂ ਸੰਗਤਾਂ ਆਪ ਜੀ ਕੇ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀਆਂ ਹਨ ਪਾਤਸ਼ਾਹ ਜੀ। ਸਭਨਾ ਦੇ ਨਾਉ ਥਾਉ ਭਾਵਨਾ ਤੋਂ ਆਪ ਜਾਣੀ ਜਾਣ ਹੋ ਰਹਿਮਤ ਵਰਤਾਣੀ। ਸਭਨਾ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਚੜ੍ਹਦੀ ਕਲਾ ਦੀ ਬਖਸ਼ਿਸ਼ ਕਰਨੀ ਮਹਾਰਾਜ। ਆਪ ਜੀ ਕੇ ਹਜ਼ੂਰ ਪਾਵਨ ਕੜਾ ਪ੍ਰਸ਼ਾਦ ਦੇਗ ਹਾਜ਼ਰ ਹੈ। ਆਪ ਜੀ ਕੇ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਏ ਪ੍ਰਸ਼ਾਦ ਸੰਗਤਾਂ ਵਿੱਚ ਵਰਤੇ। ਜੋ ਛਕੇ ਸਤਨਾਮ ਸ੍ਰੀ ਵਾਹਿਗੁਰੂ ਜਪੇ। ਪਾਵਨ ਹੁਕਮਨਾਮੇ ਬਖਸ਼ੋ, ਸਰਬੱਤ ਸੰਗਤਾਂ ਨੂੰ ਨਿਹਾਲ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਨ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚੈ ਹੈ। ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲਣਗੇ। ਖੁਆਰ ਹੋਏ ਸਭ ਮਿਲਣਗੇ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਗਨ ਦਾ ਮਾਮਾ ਬਾਜਿਓ, ਪਰਿਓ ਨਿਸ਼ਾਨੇ ਕਾਹੂ। ਖੇਤ ਜੋ ਮਾਂਡਿਓ ਸੂਰਮਾ, ਅਬ ਜੂਝਨ ਕੋ ਦਾਓ। ਸੂਰਾ ਸੋ ਪਹਿਚਾਨੀਐ, ਜੋ ਲਰੈ ਦੀਨ ਕੇ ਹੇਤ। ਪੁਰਜਾ ਪੁਰਜਾ ਕਟ ਮਰੈ, ਕਬਹੂ ਨਾ ਛਾਡੈ ਖੇਤ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ,
ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈਤ ਸ੍ਰੀ ਮਹੱਲਾ ਪੰਜਵਾਂ। ਕੋਈ ਜਨ ਹਰਿਸਿਉ ਦੇਵੈ ਜੋਰ, ਚਰਨ ਗਾਹੂੰ ਬਕਉ ਸੁਭ ਰਸਨਾ, ਦੀਜੈ ਪ੍ਰਾਨ ਅਕੂਰ। ਕੋਈ ਜਨ ਹਰਿਸਿਉ ਦੇਵੈ ਜੋਰ, ਚਰਨ ਗਾਹੂੰ ਬਕਉ ਸੁਭ ਰਸਨਾ, ਦੀਜੈ ਪ੍ਰਾਨ ਅਕੂਰ। ਰਹਾਉ ਮਨ ਤਨ ਨਿਰਮਲ ਕਰਤ ਕਿਆਰੋ, ਹਰਿ ਸਿੰਚੈ ਸੁਦਾ ਸੰਜੋਰ। ਇਆ ਰਸ ਮਹਿ ਮਗਨ ਹੋਤ ਕਿਰਪਾ ਤੇ, ਮਹਾ ਬਿਖਿਆ ਤੇ ਤੋਰ। ਆਇਓ ਸ਼ਰਨ ਦੀਨ ਦੁਖ ਭੰਜਨ, ਚਿਤਵਾਉ ਤੁਮਰੀ ਔਰ। ਅਭੈ ਪਦ ਦਾਨ ਸਿਮਰਨ ਸੁਆਮੀ ਕੋ, ਪ੍ਰਭ ਨਾਨਕ ਬੰਧਨ ਛੋਰ। ਆਇਓ ਸ਼ਰਨ ਦੀਨ ਦੁਖ ਭੰਜਨ, ਚਿਤਵਾਉ ਤੁਮਰੀ ਔਰ। ਅਭੈ ਪਦ ਦਾਨ ਸਿਮਰਨ ਸੁਆਮੀ ਕੋ, ਪ੍ਰਭ ਨਾਨਕ ਬੰਧਨ ਛੋਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਣਯੋਗ ਗੁਰਚਰਨਾਂ ਵਿੱਚ ਸੁਭਾਏਮਾਨ ਜੁੜ ਮਿਲ ਬੈਠੇ ਗੁਰੂ ਪਿਆਰੇ, ਗੁਰੂ ਸਵਾਰੇ ਸਤਸੰਗੀ ਜਨੋ ਵਡਭਾਗੇ ਹੋ। ਸੰਧਿਆ ਵੇਲੇ ਦੇ ਨਾ ਵਿਸ਼ੇਸ਼ ਦੀਵਾਨਾਂ ਵਿੱਚ ਹਾਜ਼ਰੀਆਂ ਭਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਮਾਲਕ ਦੇ ਸ਼ੁਕਰਗੁਜ਼ਾਰ ਹੋਈਏ। ਔਰ ਵਿਸ਼ੇਸ਼ ਦੀਵਾਨ ਹਨ, ਹਫ਼ਤਾਵਾਰੀ ਦੀਵਾਨ। ਅੱਜ ਦੇ ਸਮੁੱਚੇ ਹੀ ਸਮਾਗਮ ਪਾਵਨ ਦਿਹਾੜਾ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ ਅੱਜ ਦੇ ਦਿਹਾੜੇ ਮੀਰੀ ਪੀਰੀ 2 ਕਿਰਪਾਨਾਂ 2 ਤਲਵਾਰੀ ਬੱਧੀਆਂ ਹਨ, ਧਾਰਨ ਕੀਤੀਆਂ ਹਨ। ਇਤਿਹਾਸ ਤਵਾਰੀਖ ਵੱਲ ਜਦੋਂ ਝਾਤ ਪਾਈਦੀ ਹੈ ਤੇ ਇਉਂ ਜਾਪਦਾ ਹੈ ਜੋ ਕੁਝ ਆਰੰਭਤਾ ਤੋਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਮੁੱਢ ਬੰਨ੍ਹਿਆ ਹੈ, ਉਸੇ ਮੀਰੀ ਔਰ ਪੀਰੀ ਇਸ ਵੱਡੀ ਸ਼ਕਤੀ ਨੂੰ ਸ੍ਰੀ ਹਜ਼ੂਰ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵਕਤ ਦੀ ਨਜ਼ਾਕਤ ਨੂੰ ਸਮਝਦਿਆਂ ਹੋਇਆਂ ਪ੍ਰਗਟ ਕੀਤਾ। ਭਾਈ ਗੁਰਦਾਸ ਜੀ ਦੇ ਪਾਵਨ ਬੋਲ ਪੜ੍ਹਦੇ ਹੋ। ਭਾਈ ਗੁਰਦਾਸ ਸਾਹਿਬ ਜ਼ਿਕਰ ਕਰਦੇ ਨੇ ਗੁਰੂ ਨਾਨਕ ਸਾਹਿਬ ਜੀ ਲਈ, ਔਰ ਉਹ ਜ਼ਿਕਰ ਕਰਦੇ ਨੇ ਬਾਰੰਬਾਰ, ਜਿਉਂ ਤੁਸੀਂ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਵੱਲ ਝਾਤ ਪਾਓਗੇ ਤੇ ਉਹਨਾਂ ਦੇ ਹੱਥ ਵਿੱਚ ਇੱਕ ਕੁਤਕਾ ਹੈ ਤੇ ਉਹਨਾਂ ਕੋਲ ਇੱਕ ਪੋਥੀ ਹੈ। ਪੋਥੀ ਭਾਵ ਆਤਮਿਕ ਰੂਹਾਨੀਅਤ ਦਾ ਖਜ਼ਾਨਾ ਹੈ ਤੇ ਉਹਨਾਂ ਦੇ ਹੱਥ ਵਿੱਚ ਜਿਹੜਾ ਸੋਟਾ ਹੈ ਉਹ ਮੀਰੀ ਦੀ ਨਿਸ਼ਾਨੀ ਹੈ। ਇਹ ਲਫ਼ਜ਼ ਇਸੇ ਤਰ੍ਹਾਂ ਬਣ ਗਏ ਪੀਰੀ ਔਰ ਮੀਰੀ। ਭਾਵੇਂ ਸਾਡੇ ਕਹਿਣ ਵਿੱਚ ਮੀਰੀ ਪੀਰੀ ਬੜਾ ਪ੍ਰਚਲਿਤ ਹੋਇਆ ਹੈ, ਪਰ ਪਹਿਲਾਂ ਪੀਰੀ ਹੈ ਫਿਰ ਮੀਰੀ ਹੈ। ਇਸ ਸੰਦਰਭ ਨੂੰ ਸਮਝਣਾ ਹੋਵੇ, ਕੱਲ੍ਹ ਦਿਹਾੜੇ ਵੀ ਸੰਧਿਆ ਵੇਲੇ ਦੇ ਦੀਵਾਨਾਂ ਵਿੱਚ ਆਪ ਜੀਆਂ ਨੇ ਜਿਨ੍ਹਾਂ ਹਾਜ਼ਰੀਆਂ ਭਰੀਆਂ ਹਨ, ਉਹਨਾਂ ਇਸ ਸੰਦਰਭ ਨੂੰ ਬੜੇ ਸੁਚੱਜੇ ਨਾਲ ਖੋਲ੍ਹ ਕੇ ਭਾਈ ਸਾਹਿਬ ਜੀਆਂ ਨੇ ਆਪ ਜੀਆਂ ਦੇ ਸਨਮੁਖ ਰੱਖਿਆ। ਪੀਰੀ ਤੋਂ ਭਾਵ ਆਤਮਿਕ ਜੀਵਨ ਦਾ ਖਜ਼ਾਨਾ, ਰੂਹਾਨੀਅਤ, ਜਿਸ ਕੋਲ ਰੱਬੀ ਗੁਣਾਂ ਦੀ ਦੌਲਤ ਹੈ, ਜਿਸ ਮਨੁੱਖ ਕੋਲ ਸਤ, ਸੰਤੋਖ, ਸਹਿਜ, ਖਿਮਾ, ਦਇਆ ਇਹ ਸਾਰੇ ਗੁਣ ਹਨ,
परमात्मा दे गुणां दा खजाना जिस कोल है वो पीर है, जिस कोल रूहानीयत है। मीर तो भाव अमीर विचों ये लफ्ज़ आया है मीर। मीर तो भाव मीरी तो भाव है बादशाह, भाव आज़ादी का प्रतीक है। गुरु घर विच जो ही इन्हां दोनों के संदर्भ नूं तुसीं समझण दा यतन करोगे तो पहलां उत्थे पीरी आएगी। कारण ये कि जे जीवन विच सहज है, जे जीवन विच टिका है, जे रबी गुणां दी दौलत है, जे रूहानीयत है, तो कल नूं जदों ताकत आएगी, फौजां कतर हो जाणगियां, तो फिर वो मनुख हंकारी नहीं होएगा। पहला श्री दरबार साहिब है, फिर तुसी सामने दीदार करते हो श्री अकाल तख्त साहिब। अकाल बुंगे की उसारी गुरु हरगोबिंद साहिब महाराज ने की। समय के हालात कुछ इस तरह सन। गुरु अर्जन देव पंचम पातशाह सतगुरु जी की शहादत का समा आया। महाराज नूं गिरफ्तार करन वास्ते शाही टुकड़ी वो फौज पहुँच चुकी सी। धन गुरु हरगोबिंद साहिब महाराज जी नूं गुरियाई की जिम्मेवारी सौंप के मुखी सिखां की मौजूदगी विच श्री हजूर पातशाह गुरु अर्जन देव महाराज जी ने आउण वाले जो वरतारा वरतन वाला है दूर अंदेसी नाल श्री हरगोबिंद साहिब महाराज पातशाह जी नूं सावधान किया है। और मुखी सिखां की मौजूदगी विच सारे कुछ प्रबंधां लई जाणू कराया। हो सकता है हकूमतां आउण वाले समय विच सीधियां टक्करां लैणगियां, इस वास्ते तैयार बर तैयार रहना बड़ा जरूरी है। गुरु अर्जन साहिब जी की शहादत तो बाद गुरु हरगोबिंद साहिब महाराज सच्चे पातशाह गुरता गद्दी ते विराजमान होंदे हैं। भावें वो जान लग्या ही गुरियाई की जिम्मेवारी गुरु अर्जन साहिब महाराज सौंप जाते हैं। बाद विच श्री हजूर पातशाह छेवें पातशाह सतगुरु जी मीरी पीरी दो किरपाना दो तलवारां श्री हजूर पातशाह जी नूं पहनाईयां जांदियां ने। असल विच ये संदर्भ है और इसनूं समझना चाहिए। जो कुछ गुरुदेव ने अपने जीवन काल विच कमाया सारा कुछ साडे ते लुटा गए ने। ते अपने अपने जीवन वल झात पाईए भला किड्डे क वड्डे मीर हाँ, किड्डा वड्डा कोई पीर है। ये चीज़ां तो साडे जीवन विचों झलकणियां चाहीदियां सन। बादशाही आज़ादी तो चाहिए, फिर पीरी भी चाहिए है, रूहानीयत भी चाहिए। सब तो पहलो रूहानीयत ते फिर आज़ादी। महाराज सच्चे पातशाह जी ने जो ये संदर्भ सामने रखिया है, दो किरपाना पाइयां ने, श्री अकाल तख्त की सिरजना उसारी कराई अकाल बूंगा। उत्थे सतगुरु आप सजदे ने और हुक्म होया सिख संगतां नूं कीमती शस्त्र घोड़े और जवानियां भेटा कीतियां जाण। उसे वक़्त विच एक फौज की आरंभता हुंदी है और ज्यों ज्यों वो फौज वड्डा विस्तार धारदी जाती है, ज्यों ज्यों सिख संगतां भेटावां करदियां जांदियां ने, शस्त्र घोड़े जवानियां भेटा करते हैं, एक वड्डी फौज श्री हजूर पातशाह गुरु हरगोबिंद साहिब जी की शरण विच हाज़र होंदी। कई इस्लाम नूं मनण वाले भी गुरु साहिब की फौज विच आके हाज़र होंदे ने। और सच्चे पातशाह सतगुरु जी ने फिर उत्थे घोल करवाउणे। उस तख्त ते अकाल बुंगे ते महाराज संध्या वेले समय विच आप सजना। सामने भलवानां दे घोल होने, शस्त्र विद्या तो जाणू कराउणा सिखां, घोड़ सवारी, सारे कुछ जो जो फौज नूं जो जो लोड़ींदियां चीज़ां हुंदियां ने, सारियां चीज़ां श्री हजूर पातशाह गुरु हरगोबिंद साहिब जी ने मुहैया कराईयां, अपने सिखां नूं परपक्क कीता। और इत्थे बसनी 4 वड्डे युद्ध लड़े ने, चारां विच फतेह हासिल हुई है। गुरुदेव पात हुंदे ने, सजदे हैं, ढाडी सिंह सूरमियां दीयां वारां गाउंदे ने, सुणाउंदे हैं। मीर अब्दुल्ला और नत्था गुरु साहिब दे दरबारी ढाडी सन, सुर सिंह वाले पिंड तो। वो आउंदे ने ते गुरु हरगोबिंद साहिब महाराज पातशाह जी के सन्मुख खलो के महाराज की वडियाई गाउंदे। जदों अज दा पावन दिहाड़ा आया तो उन्होंने फिर गुरु हरगोबिंद साहिब जी की वडियाई करदियां जिक्र किया। 2 तलवारी बद्धियां, एक मीरी दी, एक पीर दी, एक अजमत दी, एक
ਤੋਂ ਉੱਚੇ ਉੱਠ ਕੇ ਜਿਉਣਾ, ਇੱਕ ਤੇ ਆਜ਼ਾਦੀ ਇਹ ਹੈ। ਇੱਕ ਆਪਣੇ ਗੁਰੂ ਦੀ ਭੈ ਭਾਵਨੀ ਅਦਬ ਵਿੱਚ ਜੀਵਨ ਹੰਡਾਉਣਾ। ਸ੍ਰੀ ਹਜ਼ੂਰ ਪਾਤਸ਼ਾਹ ਰਹਿਮਤ ਕਰਨ ਐਸੇ ਜੀਵਨ ਨਾਲ, ਇਹਨਾਂ ਗੁਣਾਂ ਨਾਲ ਆਪਾਂ ਸਾਰਿਆਂ ਨੂੰ ਨਿਵਾਜਣ। ਗੁਰਦੇਵ ਪਾਤਸ਼ਾਹ ਨੇ ਦਇਆ ਕੀਤੀ, ਅਰਦਾਸ ਉਪਰੰਤ ਹੁਕਮਨਾਮੇ ਦੀ ਬਖਸ਼ਿਸ਼ ਕੀਤੀ ਹੈ। ਰਾਗ ਜੈਤ ਸ੍ਰੀ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰਦੇ। ਦੀਵਾਨਾਂ ਵਿੱਚ ਜੋ ਕੁਝ ਪੜ੍ਹਿਆ ਗਿਆ, ਭਾਵੇਂ ਉਹ ਕੀਰਤਨ ਰੂਪ ਵਿੱਚ ਆਪ ਜੀਆਂ ਨੇ ਸਰਵਣ ਕੀਤਾ, ਭਾਵੇਂ ਉਹ ਤੁਸੀਂ ਪਾਠ ਦੇ ਰੂਪ ਵਿੱਚ ਸੁਣਿਆ, ਜੋ ਕੁਝ ਇੱਥੇ ਹੋ ਰਿਹਾ ਸੀ ਉਹ ਜਾਣੋ ਸਭ ਕੁਝ ਸਾਨੂੰ ਹੀ ਕਿਹਾ ਜਾ ਰਿਹਾ ਸੀ। ਸਾਹਮਣੇ ਆਪਾਂ ਹੀ ਬੈਠੇ ਹਾਂ, ਗੁਰੂ ਦੀ ਗੋਦ ਵਿੱਚ ਆਪਾਂ ਹੀ ਹਾਜ਼ਰ ਹਾਂ, ਅਤੇ ਜਿਹੜਾ ਸ਼ਬਦ ਪੜ੍ਹ ਕੇ ਸੁਣਾਇਆ ਜਾ ਰਿਹਾ ਉਹ ਸਾਨੂੰ ਹਰ ਇੱਕ ਸ਼ਬਦ ਰਾਹੀਂ, ਹਰ ਦਲੀਲ ਰਾਹੀਂ ਸਾਨੂੰ ਹੀ ਸਮਝਾਇਆ ਜਾ ਰਿਹਾ ਕੁਝ। ਸੱਚੇ ਪਾਤਸ਼ਾਹ ਅੱਗੇ ਦੀਵਾਨਾਂ ਦੀ ਸਮਾਪਤੀ ਵਿੱਚ ਅਰਦਾਸ ਕੀਤੀ ਜਾਂਦੀ ਹੈ, ਅਤੇ ਗੁਰਸਿੱਖ ਬੜੇ ਅਕੀਦੇ ਨਾਲ ਆਪਣੇ ਗੁਰੂ ਕੋਲੋਂ ਇੱਕ ਮੰਗ ਰੱਖਦਾ, ਮਹਾਰਾਜ ਜੀ ਹੁਕਮਨਾਮਾ ਬਖਸ਼ੋ, ਵੀ ਜਿਹੜੀ ਚੀਜ਼ ਹਰਿ ਸਿਉ ਦੇਵੈ ਜੋਰ, ਚਰਨ ਗਹੋਂ ਬਕੋਂ ਸੁਭ ਰਸਨਾ, ਦੀਜੈ ਪ੍ਰਾਨ ਅਕੋਰ। ਮਹਾਰਾਜ ਕਹਿੰਦੇ ਨੇ, ਹੇ ਭਾਈ, ਕੋਈ ਮਾਲਕ ਦਾ ਜਨ ਹੋਵੇ, ਮੈਨੂੰ ਮੇਰੇ ਮਾਲਕ ਨਾਲ ਜੋੜ ਦੇਵੇ, ਭਾਵ ਮੇਰੀ ਮੇਰੇ ਰੱਬ ਜੀ ਨਾਲ ਸਾਂਝ ਪਵਾ ਦੇਵੇ। ਕੋਈ ਹੋਵੇ ਅਤੇ ਉਹ ਕੌਣ ਹੋ ਸਕਦਾ? ਉਹ ਜਨ ਹੀ ਹੋ ਸਕਦਾ। ਅਤੇ ਜਨ ਦੀ ਪਰਿਭਾਸ਼ਾ ਜੇ ਤੁਸੀਂ ਜਾਣੋਗੇ ਤਾਂ ਭਗਤ ਕਬੀਰ ਸਾਹਿਬ ਜੀ ਦੇ ਸ਼ਲੋਕਾਂ ਦੀ ਲੜੀ ਵਿੱਚੋਂ, ਉਸ ਲੜੀ ਵਿੱਚੋਂ ਅਖੀਰਲਾ ਸ਼ਲੋਕ ਤੁਸੀਂ ਜਾਣੋਗੇ ਤੇ ਸਮਝ ਆਏਗੀ, ਜਿੱਥੇ ਮਹਾਰਾਜ ਇੱਥੋਂ ਜ਼ਿਕਰ ਕਰਦੇ ਨੇ ਭਗਤ ਕਬੀਰ ਸਾਹਿਬ, ਕਬੀਰ ਰੋੜਾ ਹੋਏ ਰਹੋ ਬਾਟ ਕਾ, ਤਜ ਮਨ ਕਾ ਅਭਿਮਾਨ, ਐਸਾ ਤੇਰਾ ਦਾਸ ਹੋਏ ਤਾਹੇ ਮਿਲੈ ਭਗਵਾਨ। ਅਤੇ ਅੰਤ ਵਿੱਚ ਅੰਤਲਾ ਸ਼ਲੋਕ, ਸਾਰੇ ਸ਼ਲੋਕਾਂ ਦੀ ਲੜੀ ਵਿੱਚ ਅਖੀਰਲਾ ਸ਼ਲੋਕ ਇਸ ਲੜੀ ਵਿੱਚ ਜ਼ਿਕਰ ਕਰਦੇ ਨੇ, ਪਾਣੀ ਹੁਆ ਤੋ ਕਿਆ ਪਿਆ, ਸੀਰਾ ਤਾਤਾ ਹੋਏ। ਕੈਸਾ ਚਾਹੀਦਾ ਜਨ? ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਰੱਬ ਵਰਗਾ ਹੀ ਚਾਹੀਦਾ, ਅਤੇ ਰੱਬ ਵਰਗਾ ਕੋਈ ਰੱਬ ਦਾ ਜਨ ਹੋਵੇ ਜਿਹੜਾ ਰੱਬ ਨਾਲ ਮੇਰੀ ਸਾਂਝ ਪਾ ਦੇਵੇ। ਕੋਈ ਜਨ ਹਰਿ ਸਿਉ ਦੇਵੈ ਜੋਰ, ਚਰਨ ਗਹੋਂ ਬਕੋਂ ਸੁਭ ਰਸਨਾ, ਦੀਜੈ ਹੈ ਪ੍ਰਾਨ ਅਕੋਰ। ਮੈਂ ਉਸ ਦੇ ਚਰਨ ਪਕੜ ਲਵਾਂ, ਗਹੋਂ ਤੋਂ ਭਾਵ ਪਕੜ ਲੈਣਾ, ਬਕੋਂ ਸੁਭ ਰਸਨਾ, ਜ਼ੁਬਾਨ ਨਾਲ ਉਸ ਨੂੰ ਧੰਨਵਾਦ ਦੇ ਮਿੱਠੇ ਬੋਲ ਬੋਲਾਂ। ਇਹ ਪ੍ਰਾਣਾਂ ਦੀ ਵੀ ਬਣ ਆਏ ਅਤੇ ਮੈਂ ਉਸ ਤੋਂ ਆਪਣੇ ਪ੍ਰਾਣ ਨਿਸ਼ਾਵਰ ਕਰਦੇ, ਭੇਟਾ ਕਰਦੇ। ਅਗਲੇ ਦੋ ਪਦਿਆਂ ਵਿੱਚ ਖੁਲਾਸਾ ਕਰਦੇ ਨੇ, ਮਨ ਤਨ ਨਿਰਮਲ ਕਰਤ ਕਿਆਰੂ, ਹਰ ਸਿੰਚੈ ਸੁਦਾ ਸੰਜੋਰ, ਇਹਾ ਰਸ ਮਹਿ ਮਗਨ ਹੋਤ, ਕਿਰਪਾ ਤੇ ਮਹਾ ਵਿਖਿਆਤੇ ਤੋਰ। ਮਹਾਰਾਜ ਕਹਿੰਦੇ ਨੇ, ਹਕੀਕਤ ਵਿੱਚ ਜੇ ਕੋਈ ਹੁਣ ਮਿਲਣਾ ਹੀ ਚਾਹੁੰਦਾ ਹੈ, ਕਿਸੇ ਵਿੱਚ ਐਸੀ ਪ੍ਰਬਲਤਾ ਬਣ ਹੀ ਆਈ ਹੈ, ਐਸਾ ਕੀਦਾ ਬਣ ਆਇਆ ਵੀ ਮਾਲਕ ਨੂੰ ਮਿਲਿਆ ਜਾਏ। ਸਾਹਿਬ ਫਿਰ ਅੱਗੇ ਮਿਲਣ ਦਾ ਢੰਗ ਵੀ ਸਮਝਾਉਂਦੇ ਨੇ। ਪਾਤਸ਼ਾਹ ਕਹਿੰਦੇ ਨੇ, ਕੋਈ ਵਿਰਲਾ ਮਨੁੱਖ ਆਪਣੇ ਮਨ ਔਰ ਤਨ ਨੂੰ ਨਿਰਮਲ ਕਿਆਰੇ ਬਣਾ ਲੈਂਦਾ ਹੈ। ਨਿਰਮਲ ਕਿਆਰੇ, ਜਿਵੇਂ ਕਿ ਕਿਰਸਾਨੀ ਬੀਜਣ ਤੋਂ ਪਹਿਲਾਂ ਉਸ ਨੂੰ ਸਿੰਚਦਾ, ਉਸ ਨੂੰ ਬੀਜ ਬੀਜਣ ਦੇ ਯੋਗ ਬਣਾਉਂਦਾ, ਵਾਹੀ ਕਰਦਾ, ਕਿਆਰੇ ਬਣਾ ਕੇ ਅਤੇ ਉਸ ਨੂੰ ਫਿਰ ਸਿੰਚਣਾ ਕਰਦਾ, ਤਾਂ ਜੋ ਉੱਚੀ ਨੀਵੀਂ ਸਭਨੀ ਥਾਈਂ ਪਾਣੀ ਦੀ ਪਹੁੰਚ ਹੋ ਸਕੇ। ਗੁਰਦੇਵ ਪਾਤਸ਼ਾਹ ਕਹਿ ਰਹੇ ਨੇ, ਮਨ ਤਨ ਨਿਰਮਲ ਕਰਤ ਕਿਆਰੂ, ਹਰ ਸਿੰਚੈ ਸੁਦਾ ਸੰਜੋਰ। ਮਹਾਰਾਜ ਕਹਿੰਦੇ ਨੇ, ਪਰਮਾਤਮਾ ਦੇ ਨਾਮ ਰੂਪੀ ਅੰਮ੍ਰਿਤ ਰਾਹੀਂ ਮਨ ਔਰ ਤਨ ਨੂੰ ਸਿੰਚ ਲਏ, ਇਹਨਾਂ ਕਿਆਰਿਆਂ ਨੂੰ ਸਿੰਚ ਲਏ। ਇਹਾ ਰਸ ਮਹਿ ਮਗਨ ਹੋਤ, ਕਿਰਪਾ ਤੇ ਮਹਾ ਵਿਖਿਆਤੇ ਤੋਰ। ਕੋਈ ਮਨੁੱਖ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਇਸ ਰਸ ਵਿੱਚ ਮਾਲਕ ਦੀ ਰਹਿਮਤ ਨਦਰ ਨਾਲ ਇਸ ਤਰ੍ਹਾਂ ਮਗਨ ਹੋ ਜਾਏ ਕਿ ਮਹਾ ਵਿਖਿਆ ਮਾਇਆ ਨਾਲੋਂ ਸੰਬੰਧ ਤੋੜ ਲਏ, ਮਾਇਆ ਦੀ ਪਕੜ ਘਟ ਜਾਏ, ਜੀਵਨ ਵਿੱਚ ਮਾਲਕ ਦੀ ਪਕੜ ਬਣ ਜਾਏ। ਅੰਤਲੇ ਪਦੇ ਵਿੱਚ ਸਾਹਿਬ ਨੇ ਜ਼ਿਕਰ ਕੀਤਾ, ਆਇਓ ਸ਼ਰਨ ਦੀਨ ਦੁਖ ਭੰਜਨ, ਚਿਤਵਉ ਤੁਮਰੀ ਔਰ। ਹੇ ਅਕਾਲ ਪੁਰਖ, ਹੇ ਰੱਬ ਜੀ, ਮੈਂ ਤੇਰੀ ਸ਼ਰਨ ਵਿੱਚ ਆਇਆ, ਕਿਉਂਕਿ ਤੂੰ ਦੀਨਾਂ ਦੇ ਦੁੱਖ ਭੰਨਣ ਦੀ ਸਮਰੱਥਾ ਰੱਖਦਾ। ਦੀਨ ਦੁਖ ਭੰਜਨ ਚਿਤਵਉ ਤੁਮਰੀ ਔਰ, ਮੈਂ ਤੇਰਾ ਆਸ ਭਰੋਸਾ ਤੱਕਿਆ। ਅਭੈ ਪਦ ਦਾਨ ਕੀ ਚਾਹੀਦਾ?
ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਧਨ ਛੋ। ਹੇ ਰੱਬ ਜੀ, ਇੱਕ ਤੇ ਅਭੈਤਾ ਦਾ ਦਾਨ ਚਾਹੀਦਾ, ਕਿਉਂਕਿ ਤੂੰ ਨਿਰਭਉ ਹੈ ਤੇ ਜਪਣ ਵਾਲਾ ਵੀ ਨਿਰਭਉ ਹੀ ਚਾਹੀਦਾ। ਜੇ ਤੁਹਾਡੇ ਕੋਲ ਇਹ ਸਾਰਾ ਖਜ਼ਾਨਾ ਮੌਜੂਦ ਹੈ, ਜੇ ਸਾਰੇ ਗੁਣ ਮੌਜੂਦ ਹਨ, ਫਿਰ ਡਰ ਥੋੜੋ ਕਿਸੇ ਦਾ ਮਾਰਦਾ। ਅਭੈ ਪਦ ਦਾਨ, ਇੱਕ ਤੇ ਹੇ ਰੱਬ ਜੀ ਅਭੈਤਾ ਦਾ ਦਾਨ ਦਿਓ। ਸਿਮਰਨ ਸੁਆਮੀ ਕੋ, ਦੂਜਾ ਆਪਣੇ ਨਾਮ ਦੀ ਦਾਤ ਬਖਸ਼ੋ, ਬੰਦਗੀ ਦੀ ਦਾਤ ਬਖਸ਼ੋ। ਪ੍ਰਭ ਨਾਨਕ ਬੰਧਨ ਛੋੜ। ਹੇ ਪ੍ਰਭੂ ਜੀ, ਦਾਸ ਨਾਨਕ ਦੇ ਮਾਇਆ ਦੇ ਸ਼ੋਹੜ ਕੱਟ। ਭਾਵ ਉਸ ਰੱਬ ਜੀ ਨਾਲ ਸਾਂਝ ਬਣਾਏ। ਅਰਦਾਸ ਕਰਨ ਦਾ ਵੱਲ ਸਮਝਾ ਰਹੇ ਨੇ। ਪਹਿਲਾਂ ਮੰਗ ਕਰਦੇ ਨੇ ਮਾਲਕ ਨਾਲ ਮਿਲਿਆ ਜਾਏ, ਮਿਲਣ ਦਾ ਢੰਗ ਸਮਝਾਉਂਦੇ ਨੇ, ਅਤੇ ਅੰਤ ਵਿੱਚ ਅਰਦਾਸ ਦਾ ਅਕੀਦਾ ਸਾਡੀ ਝੋਲੀ ਵਿੱਚ ਪਾ ਜਾਂਦੇ ਹਨ। ਸ੍ਰੀ ਹਜ਼ੂਰ ਸਤਿਗੁਰੂ ਰਹਿਮਤ ਕਰਨ। ਮੀਰੀ ਪੀਰੀ ਦਾ ਪਾਵਨ ਦਿਹਾੜਾ ਹੈ। ਆਪ ਸਰਬਤ ਸੰਗਤਾਂ ਨੂੰ ਵਧਾਈਆਂ। ਇਸ ਸਿਧਾਂਤ ਨੂੰ ਸਮਝਣ ਦਾ ਯਤਨ ਕਰੀਏ, ਆਪਣੇ ਜੀਵਨ ਵਿੱਚ ਧਾਰਨ ਕਰੀਏ, ਪੀਰ ਬਣੀਏ। ਅਤੇ ਪੀਰ ਐਸੇ ਜਿਨ੍ਹਾਂ ਕੋਲ ਆਤਮਿਕ ਜੀਵਨ ਰੂਹਾਨੀਅਤ ਦਾ ਖਜ਼ਾਨਾ ਹੋਵੇ, ਪੀਰ ਐਸੇ ਜਿਨ੍ਹਾਂ ਕੋਲ ਨਿਤਨੇਮ ਦੀ ਦਾਤ ਹੋਵੇ, ਪੀਰ ਐਸੇ ਜਿਨ੍ਹਾਂ ਕੋਲ ਸਹਿਜ ਸੰਤੋਖ ਅਤੇ ਸਬਰ ਹੋਵੇ, ਪੀਰ ਐਸੇ, ਮੀਰ ਐਸੇ ਜਿਹੜੇ ਵਿਕਾਰਾਂ ਦੀ ਪਹੁੰਚ ਪਕੜ ਤੋਂ ਉੱਚੇ ਹੋਣ, ਮੀਰ ਐਸੇ ਜੋ ਅਣਖ ਨਾਲ ਜੀਣਾ ਜਾਣਦੇ ਹੋਣ, ਮੀਰ ਐਸੇ। ਮੀਰੀ ਔਰ ਪੀਰੀ ਇਸ ਸਿਧਾਂਤ ਨਾਲ ਜੀਵੀਏ। ਸ੍ਰੀ ਹਜ਼ੂਰ ਸਤਿਗੁਰੂ ਰਹਿਮਤ ਕਰਨ। ਗੁਰੂ ਕਾ ਉਪਦੇਸ਼ ਸਭਨਾਂ ਦੇ ਹਿਰਦੇ ਵਿੱਚ ਵਸੇ। ਬੇਅੰਤ ਹੋਈਆਂ ਭੁੱਲਾਂ ਦੀਆਂ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ।